ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ। ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਇਸ ਕਰਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਓ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਰੀਅਮ ਮਗਦਲੀਨੀ ਦੇ ਜੀਵਨ ਬਾਰੇ ਜਾਣ ਰਹੇ ਸੀ। ਅਸੀਂ ਯਿਸੂ ਜੀ ਨੂੰ ਮਿਲਣ ਤੋਂ ਪਹਿਲਾਂ ਦੀ ਉਸ ਦੀ ਹਾਲਤ ਦੇ ਉੱਤੇ ਗੌਰ ਕੀਤਾ ਕਿ ਕਿਵੇਂ ਉਹ 7 ਬਦਰੂਆਂ ਨਾਲ ਜਕੜੀ ਹੋਈ ਸੀ ਅਤੇ ਉਸ ਦੀ ਹਾਲਤ ਪਾਗਲਾਂ ਵਾਲੀ ਸੀ। ਬਦਰੂਆਂ ਉਹਨੂੰ ਇੱਧਰ ਉੱਧਰ ਭਜਾਈ ਫਿਰਦੀਆਂ ਸੀ। ਉਹ ਆਪਣੇ ਹੋਸ਼ ਵਿੱਚ ਨਹੀਂ ਸੀ। ਇਸ ਕਰਕੇ ਉਹ ਜਿਨਾਕਾਰੀ ਦੇ ਵਿੱਚ ਫਸੀ ਹੋਈ ਸੀ। ਪਰ ਜਦੋਂ ਪ੍ਰਭੂ ਯਿਸੂ ਜੀ ਦੀ ਕਿਰਪਾ ਉਸ ਦੇ ਉੱਤੇ ਹੋਈ ਤਾਂ ਉਹਦਾ ਜੀਵਨ ਬਦਲ ਗਿਆ। ਪ੍ਰਭੂ ਯਿਸੂ ਜੀ ਨੇ ਉਸ ਦੇ ਵਿੱਚ ਰਹਿਣ ਵਾਲੀਆਂ ਸਾਰੀਆਂ ਬਦਰੂਆਂ ਨੂੰ ਬਾਹਰ ਕੱਢਤਾ ਅਤੇ ਉਹ ਚੰਗੀ ਹੋ ਗਈ। ਪ੍ਰਭੂ ਯਿਸੂ ਜੀ ਤੋਂ ਮੁਕਤੀ ਦੀ ਆਸ਼ੀਸ਼ ਪਾਉਣ ਤੋਂ ਬਾਅਦ ਅਸੀਂ ਵੇਖਿਆ ਕਿ ਉਹ ਉਹਨਾਂ ਦੇ ਨਾਲ ਸੇਵਾ ਕਰਨ ਲੱਗ ਪਈ। ਅਸੀਂ ਉਹਦੀ ਕੁਰਬਾਨੀ ਨੂੰ ਵੇਖਿਆ ਜਦੋਂ ਉਹਨੇ ਪ੍ਰਭੂ ਯਿਸੂ ਜੀ ਨੂੰ ਯਾਦ ਕੀਤਾ। ਮਰੀਅਮ ਮਗਦਲੀਨੀ ਯਿਸੂ ਜੀ ਨੂੰ ਸਲੀਬ ਦੇਣ, ਦਫਨਾਏ ਜਾਣ ਅਤੇ ਉਹਨਾਂ ਦੇ ਜੀ ਉੱਠਣ ਦੀ ਗਵਾਹੀ ਦੇਣ ਵਾਲੀ ਪਹਿਲੀ ਇਸਤਰੀ ਸੀ। ਦੋਸਤੋ, ਅੱਜ ਅਸੀਂ ਮਰੀਅਮ ਮਗਦਲੀਨੀ ਦੀ ਕਹਾਣੀ ਤੋਂ ਨਿਚੋੜ ਨੂੰ ਵੇਖਾਂਗੇ। ਸੋ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਨੂੰ ਸ਼ੁਰੂ ਕਰੀਏ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅੱਜ ਦੇ ਅਧਿਐਨ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। उसदे वादे सारे पूरे हो रहे ने, तैयार हो जा। उसदे वादे सारे पूरे हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। लड़ाइयां अकाल ते भूचाल नाल कई बीमारियां नाल नाश हो रहे ने। लड़ाइयां अकाल ते भूचाल नाल कई बीमारियां नाल नाश हो रहे ने। राजे राजा दे विरुद्ध खड़े हो रहे ने, तैयार हो जा। राजे राजा दे विरुद्ध खड़े हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। पाप दे कारण प्रीत ठंडी पै जाएगी, कई सेवक भी नह जा तो फिर जावणगे। पाप दे कारण प्रीत ठंडी पै जाएगी, कई सेवक भी नह जा तो फिर जावणगे। ए यीशु दे ने ओण दियां निशानियां, तैयार हो जा। ए यीशु दे ने ओण दियां निशानियां, तैयार हो जा। पवित्रता विच सिद्ध हो के रहो, प्यारे यीशु दे आण विच देर नहीं।
ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਇੱਥੇ ਉਹ ਫਿਰ ਹੈ, ਯਿਸੂ ਨੂੰ ਕਬਰ ਵਿੱਚ ਰੱਖਦਿਆਂ ਅਤੇ ਕਬਰ ਦੇ ਮੂੰਹ ਤੇ ਪੱਥਰ ਰੱਖਦਿਆਂ ਵੇਖਣ ਤੋਂ ਬਾਅਦ ਦੋਵੇਂ ਮਰੀਅਮਾਂ ਘਰਾਂ ਨੂੰ ਚਲੀਆਂ ਗਈਆਂ। ਬਹੁਤ ਸਾਰੇ ਲੇਖਕਾਂ ਨੇ ਉਸ ਦੁੱਖ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੇ ਉਸ ਨਹਿਰ ਸ਼ਨੀਵਾਰ ਮਰੀਅਮ ਦੇ ਦਿਲ ਨੂੰ ਭਰ ਦਿੱਤਾ। ਤੁਸੀਂ ਵੇਖੋ, ਮਰੀਅਮ ਦੀ ਇਕਲੌਤੀ ਆਸ ਯਿਸੂ ਸੀ। ਯਿਸੂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਸੀ ਅਤੇ ਉਦੋਂ ਤੋਂ ਹੀ ਉਹ ਯਿਸੂ ਦੇ ਪਿੱਛੇ ਪਿੱਛੇ ਚੱਲਦੀ ਸੀ ਅਤੇ ਉਸ ਨੇ ਉਸ ਵਿੱਚੋਂ 7 ਭੂਤ ਕੱਢੇ ਸਨ ਅਤੇ ਉਸ ਨੂੰ ਅਣਕਹੇ ਦੁੱਖ ਤੋਂ ਆਜ਼ਾਦ ਕੀਤਾ ਸੀ। ਯਿਸੂ ਨੇ ਉਸ ਨੂੰ ਜੀਣ ਦਾ ਇੱਕ ਕਾਰਨ ਦਿੱਤਾ ਸੀ। ਯਿਸੂ ਨੇ ਉਸ ਨੂੰ ਆਪਣੇ ਰਾਜ ਵਿੱਚ ਲਿਆ ਸੀ ਅਤੇ ਸਭ ਤੋਂ ਵੱਧ ਕੇ ਯਿਸੂ ਨੇ ਉਸ ਨੂੰ ਮਹੱਤਵ ਅਤੇ ਆਦਰ ਮਾਣ, ਸਮਝ ਅਤੇ ਰਹਿਮ ਅਤੇ ਪਿਆਰ ਦਿੱਤਾ ਸੀ। ਯਿਸੂ ਨੇ ਉਸ ਨੂੰ ਉਹਦੀ ਜ਼ਿੰਦਗੀ ਵਿੱਚ ਇੱਕ ਆਸ ਦਿੱਤੀ ਸੀ ਅਤੇ ਹੁਣ ਇਹ ਆਸ ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਸੀ। ਉਹਨਾਂ ਸਭਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਉਸ ਦੇ ਚੇਲੇ ਕਹਿੰਦੇ ਸਨ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹਨਾਂ 24 ਘੰਟਿਆਂ ਦੌਰਾਨ ਮਰੀਅਮ ਮਗਦਲੀਨੀ ਨੂੰ ਸਭ ਤੋਂ ਵੱਧ ਦੁੱਖ ਹੋਇਆ ਹੋਵੇਗਾ। ਮਰੀਅਮ ਮਗਦਲੀਨੀ ਉਸ ਪੇਸ਼ੀ ਦੌਰਾਨ, ਜਿਸ ਨੂੰ ਉਹ ਠੱਠਾ ਕਰਨਾ ਕਹਿੰਦੇ ਹਨ, ਯਿਸੂ ਦੇ ਪਿੱਛੇ ਪਿੱਛੇ ਗਈ ਸੀ। ਉਹ ਯਿਸੂ ਨੂੰ ਉਸ ਸਲੀਬ ਦੇ ਭਾਰ ਨੂੰ ਚੁੱਕ ਕੇ ਲੈ ਜਾਣ ਦੀ ਚਸ਼ਮ ਦੀ ਗਵਾਹ ਸੀ। ਜਦੋਂ ਯਿਸੂ ਨੇ ਇਸ ਸਲੀਬ ਨੂੰ ਚੁੱਕ ਕੇ ਗਲਗਲਾ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਸ ਨੇ ਰੋਮੀ ਸਿਪਾਹੀਆਂ ਦਾ ਨਿਰਦਈ ਵਰਤਾਓ ਵੇਖਿਆ ਸੀ ਅਤੇ ਉਸ ਨੇ ਯਿਸੂ ਦੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕਣ ਦੀ ਆਵਾਜ਼ ਸੁਣੀ ਸੀ। ਅਤੇ ਫਿਰ ਹਨੇਰੇ ਦੀ ਘੜੀ ਨੇ ਉਸ ਦੀ ਆਤਮਾ ਦੇ ਮਿਜਾਜ ਨੂੰ ਹੋਰ ਵੀ ਦੁਖੀ ਕਰ ਦਿੱਤਾ ਜਦੋਂ ਉਸ ਨੇ ਯਿਸੂ ਦੇ ਸਲੀਬ ਦਿੱਤੇ ਜਾਣ ਦੀ ਇਸ ਮੁਸ਼ਕਿਲ ਘੜੀ ਨੂੰ ਗੁਜ਼ਰਨ ਦਾ ਇੰਤਜ਼ਾਰ ਕੀਤਾ। ਉਸ ਨੇ ਸਿਪਾਹੀਆਂ ਨੂੰ ਉਸ ਦੇ ਕੱਪੜਿਆਂ ਤੇ ਗੁਣਾ ਪਾਉਂਦੇ ਵੇਖਿਆ। ਵਿੱਚ ਉਸ ਨੇ ਯਿਸੂ ਨੂੰ ਹਨੇਰੇ ਨੂੰ ਕੁਝ ਕਹਿਣ ਦੀ ਆਵਾਜ਼ ਸੁਣੀ। ਜਦੋਂ ਉਹ ਸਲੀਬ ਤੇ ਰੋਇਆ, ਉਸ ਨੇ ਉਹਨਾਂ ਦੀ ਮਾਫੀ ਲਈ ਦੁਆ ਕੀਤੀ ਜਿਹੜੇ ਉਸ ਨੂੰ ਸਲੀਬ ਤੇ ਚੜਾ ਰਹੇ ਸਨ। ਉਸ ਨੇ ਮਾਫੀ ਦੇ ਸ਼ਬਦ ਕਹੇ ਅਤੇ ਉਸ ਦੇ ਨਾਲ ਟੰਗੇ ਹੋਏ 2 ਡਾਕੂਆਂ ਵਿੱਚੋਂ ਇੱਕ ਨੂੰ ਵਾਅਦਾ ਵੀ ਕੀਤਾ। ਉਸ ਨੇ ਆਪਣੇ ਸਵਰਗੀ ਪਿਤਾ ਨੂੰ ਪੁਕਾਰਿਆ ਅਤੇ ਉਸ ਵੱਲੋਂ ਕੋਈ ਵੀ ਜਵਾਬ ਆਉਂਦਾ ਨਹੀਂ ਜਾਪਦਾ ਸੀ ਅਤੇ ਉਹ ਹਾਲੇ ਵੀ ਉੱਥੇ ਹੀ ਖੜੀ ਸੀ ਜਦੋਂ ਯਿਸੂ ਨੇ ਆਪਣੇ ਆਖਰੀ ਸਾਹ ਲਿਆ ਤੇ ਕਿਹਾ, ਇਹ ਪੂਰਾ ਹੋਇਆ। ਅਤੇ ਉਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਮੁਕਤੀਦਾਤਾ ਮਰ ਗਿਆ ਹੈ। ਉਸ ਦੀ ਲੋਥ ਤੇ ਉਸ ਦੀ ਕਬਰ ਤੱਕ ਪਿੱਛੇ ਪਿੱਛੇ ਜਾ ਕੇ ਉਹ ਘਰ ਜਾ ਕੇ ਉਡੀਕ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਰ ਸਕਦੀ। ਉਹ ਉਡੀਕ ਕਰ ਰਹੀ ਸੀ ਕਿ ਕਦੋਂ ਸਬਤ ਖਤਮ ਹੋਵੇ ਅਤੇ ਉਹ ਕਬਰ ਤੇ ਜਾ ਕੇ ਆਪਣੇ ਪ੍ਰਭੂ ਦੀ ਆਖਰੀ ਵਾਰ ਆਰਾਧਨਾ ਕਰੇ। ਉਹ ਯਿਸੂ ਦੇ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਉਹ ਯਿਸੂ ਦੇ ਦਫਨਾਉਣ ਸਮੇਂ ਉਸ ਦੇ ਨਾਲ ਸੀ। ਉਹ ਯਿਸੂ ਦੇ ਜੀ ਉੱਠਣ ਸਮੇਂ ਉਸ ਦੇ ਨਾਲ ਸੀ ਅਤੇ ਕਬਰ ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਵੀ ਉਹੀ ਸੀ। ਨੰਬਰ 1, ਕਬਰ ਤੇ ਸਭ ਤੋਂ ਪਹਿਲਾਂ ਉਹ ਪਹੁੰਚੀ। ਉਹ ਯਿਸੂ ਨੂੰ ਸਲੀਬ ਚੜਾਉਣ ਜਾਣ ਤੋਂ ਬਾਅਦ ਸਭ ਤੋਂ ਆਖਿਰ ਵਿੱਚ ਗਈ ਅਤੇ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾ ਯਿਸੂ ਦੇ ਜੀ ਉੱਠਣ ਦੀ ਗਵਾਹ ਬਣਨ ਲਈ ਕਬਰ ਤੇ ਸਭ ਤੋਂ ਪਹਿਲਾਂ ਪਹੁੰਚੀ। ਇਸ ਔਰਤ ਨੂੰ ਕਿੰਨਾ ਸਨਮਾਨ ਦਿੱਤਾ ਗਿਆ ਹੈ। ਹਫ਼ਤੇ ਦੇ ਪਹਿਲੇ ਦਿਨ ਸਵੇਰੇ ਤੜਕੇ ਮਰੀਅਮ ਮਗਦਲੀਨੀ ਆਪਣੇ ਮੁਕਤੀਦਾਤਾ ਕੋਲ ਆਈ। ਮਰਕਸ 16 ਕਹਿੰਦਾ ਹੈ, ਜਾਂ ਸਬਤ ਦਾ ਦਿਨ ਬੀਤ ਗਿਆ ਤੇ ਮਰੀਅਮ ਮਗਦਲੀਨੀ ਔਰ ਯਕੂਬ ਦੀ ਮਾਤਾ ਮਰੀਅਮ ਔਰ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਪਾਈ ਜਾ ਕੇ ਉਸ ਯਿਸੂ ਉੱਤੇ ਮਲਣ ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ। ਨੰਬਰ 2, ਸਭ ਤੋਂ ਪਹਿਲਾਂ ਖਾਲੀ ਕਬਰ ਉਸ ਨੇ ਵੇਖੀ। ਮਰੀਅਮ ਮਗਦਲੀਨੀ ਯਿਸੂ ਨੂੰ ਸਲੀਬ ਚੜ੍ਹਾਏ ਜਾਣ ਤੋਂ ਬਾਅਦ ਸਭ ਤੋਂ ਆਖਿਰ ਵਿੱਚ ਗਈ। ਕਬਰ ਤੇ ਉਹ ਸਭ ਤੋਂ ਪਹਿਲਾਂ ਪਹੁੰਚੇ ਤੇ ਸਭ ਤੋਂ ਪਹਿਲਾਂ ਖਾਲੀ ਕਬਰ ਉਸ ਨੇ ਵੇਖੀ।
यूहन्ना 20 ਅਧਿਆਇ 1 ਵਚਨ। ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ ਕਬਰ ਉੱਤੇ ਆਈ ਔਰ ਪੱਥਰ ਨੂੰ ਕਬਰ ਉੱਤੋਂ ਸਰਕਿਆ ਹੋਇਆ ਵੇਖਿਆ। ਮਰੀਅਮ ਕਬਰ ਦੇ ਬਾਹਰ ਇਕੱਲੀ ਖੜੀ ਸੀ ਅਤੇ ਰੋ ਰਹੀ ਸੀ। ਸਹੀ ਕਿਹਾ ਜਾਵੇ ਤਾਂ ਉਸ ਸਿਸਕੀਆਂ ਲੈ ਲੈ ਕੇ ਰੋ ਰਹੀ ਸੀ ਅਤੇ ਵਿਰਲਾਪ ਕਰ ਰਹੀ ਸੀ, ਕਿਉਂਕਿ 11 ਐਤ ਵਿੱਚ ਜਿਹੜਾ ਸ਼ਬਦ ਵਰਤਿਆ ਗਿਆ ਹੈ ਉਹੀ ਸ਼ਬਦ ਹੈ ਜਿਹੜਾ ਲਾਜ਼ਰ ਦੀ ਕਬਰ ਤੇ ਰੋਣ ਵਾਲਿਆਂ ਦਾ ਵਰਣਨ ਕਰਨ ਲਈ ਵਰਤਿਆ ਗਿਆ ਹੈ। ਇਹ ਪੱਛਮੀ ਮੌਤ ਦਾ ਰਸਮੀ ਵਿਰਲਾਪ ਸੀ ਅਤੇ ਇਹ ਟੁੱਟੇ ਹੋਏ ਦਿਲਾਂ ਦੀਆਂ ਗਹਿਰਾਈਆਂ ਵਿੱਚੋਂ ਆਉਂਦਾ ਸੀ। ਯਿਸੂ ਨੇ ਮਰੀਅਮ ਵਿੱਚੋਂ 7 ਭੂਤ ਕੱਢੇ ਸਨ। ਉਸ ਨੂੰ ਮਾਫ ਕੀਤਾ ਗਿਆ ਸੀ। ਉਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਗਿਆ ਸੀ। ਉਸ ਦਾ ਦਿਲ ਇੰਨਾ ਦੁਖੀ ਸੀ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਵੀ ਵੱਧ ਉਸ ਦੀ ਮੌਤ ਦੇ ਖੌਫ ਵਿੱਚ ਇਹ ਆਖਰੀ ਅਨਾਦਰ ਆਇਆ। ਉਹ ਯਿਸੂ ਦੀ ਲੋਥ ਨੂੰ ਲੈ ਗਏ ਸਨ ਅਤੇ ਉਸ ਦਾ ਹੋਰ ਮਜ਼ਾਕ ਬਣਾਇਆ ਜਾ ਰਹੇ ਸਨ। ਉਹ ਕਬਰ ਤੇ ਸਭ ਤੋਂ ਪਹਿਲਾਂ ਪਹੁੰਚੀ। ਸਭ ਤੋਂ ਪਹਿਲਾਂ ਖਾਲੀ ਕਬਰ ਉਸਨੇ ਵੇਖੀ ਅਤੇ ਖਾਲੀ ਕਬਰ ਦਾ ਐਲਾਨ ਵੀ ਸਭ ਤੋਂ ਪਹਿਲਾਂ ਉਸੇ ਨੇ ਕੀਤਾ। ਨੰਬਰ 3, ਸਭ ਤੋਂ ਪਹਿਲਾਂ ਖਾਲੀ ਕਬਰ ਦਾ ਐਲਾਨ ਉਸਨੇ ਕੀਤਾ। ਯਹੂਨਾ ਦੀ ਅੰਜੀਲ 20 ਅਧਿਆਇ ਉਸ ਦੀ 2 ਐਤ ਕਹਿੰਦੀ ਹੈ, ਤਾਂ ਉਹ ਸ਼ਮੌਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹਨੂੰ ਯਿਸੂ ਤੈਅ ਕਰਦਾ ਸੀ ਭੱਜੀ ਆਈ ਅਤੇ ਉਹਨਾਂ ਨੂੰ ਆਖਿਆ, ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਾਈ ਉਹਨੂੰ ਕਿੱਥੇ ਰੱਖਿਆ ਹੈ। ਨੰਬਰ 4, ਸਭ ਤੋਂ ਪਹਿਲਾਂ ਜੀ ਉੱਠੇ ਪ੍ਰਭੂ ਨੂੰ ਉਸ ਨੇ ਵੇਖਿਆ ਅਤੇ ਸਭ ਤੋਂ ਪਹਿਲਾਂ ਜੀ ਉੱਠੇ ਪ੍ਰਭੂ ਨੂੰ ਉਸ ਨੇ ਵੇਖਿਆ। ਇਸ ਹਫ਼ਤੇ ਇੱਕ ਵਾਰ ਫਿਰ ਇਹ ਵਿਚਾਰ ਮੇਰੇ ਦਿਲ ਵਿੱਚ ਆਇਆ ਅਤੇ ਮੈਂ ਸਿਰਫ ਆਪਣੇ ਮਨ ਦੀਆਂ ਅੱਖਾਂ ਵਿੱਚ ਪਰਦੇ ਨੂੰ 2 ਭਾਗ ਹੁੰਦੇ ਵੇਖਿਆ। ਭੂਤ ਚੁੰਬੜੀ ਹੋਈ ਔਰਤ ਨੇ ਜੀ ਉੱਠੇ ਪ੍ਰਭੂ ਨੂੰ ਸਭ ਤੋਂ ਪਹਿਲਾਂ ਵੇਖਿਆ। 2 ਵੱਖ-ਵੱਖ ਔਰਤਾਂ ਨਹੀਂ, ਸਿਰਫ ਇੱਕ ਔਰਤ ਜਿਸ ਦੀ ਜ਼ਿੰਦਗੀ ਮਸੀਹ ਨੇ ਬਦਲ ਦਿੱਤੀ ਸੀ। ਪਵਿੱਤਰ ਸ਼ਾਸਤਰ ਵਿੱਚ ਯਹੂਨਾ 20 ਅਧਿਆਇ 11 ਵਚਨ ਤੋਂ ਲੈ ਕੇ 16 ਵਚਨ ਤੇ ਗੌਰ ਕਰੋ। ਪਰ ਮਰੀਅਮ ਬਾਹਰ ਕਬਰ ਉੱਤੇ ਰੋਂਦੀ ਸੀ। ਰੋਂਦੀ ਰੋਂਦੀ ਉਸ ਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ ਤਾਂ ਕੀ ਵੇਖਦੀ ਹੈ, ਜੋ 2 ਦੂਤ ਚਿੱਟੇ ਪਹਿਰਾਵੇ ਪਹਿਨੇ ਹੋਏ, ਇੱਕ ਸਰਾਣੇ ਅਤੇ ਦੂਜਾ ਪੌਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ, ਬੈਠੇ ਸਨ। ਅਤੇ ਉਹਨਾਂ ਉਸ ਨੂੰ ਆਖਿਆ, ਹੇ ਬੀਬੀ, ਤੂੰ ਕਿਉਂ ਰੋਂਦੀ ਹੈ? ਉਸ ਨੇ ਉਹਨਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤੇ ਵੇਖਿਆ ਔਰ ਨਾ ਸਿਆਤਾ, ਭਾਈ ਇਹ ਯਿਸੂ ਹੈ। ਅਤੇ ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ, ਤੂੰ ਕਿਉਂ ਰੋਂਦੀ ਹੈ? ਕਿਹਨੂੰ ਭਾਲਦੀ ਹੈ? ਉਸ ਨੇ ਇਹ ਜਾਣ ਕੇ ਜੋ ਇਹ ਬਾਗਬਾਨ ਹੈ ਉਹਨੂੰ ਆਖਿਆ, ਮਹਾਰਾਜ, ਜੇ ਉਹਨੂੰ ਤੂੰ ਲੈ ਗਿਆ ਹੈ ਤਾਂ ਮੈਨੂੰ ਦੱਸ ਭਾਈ, ਤੈਂ ਉਹਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਨੂੰ ਲੈ ਜਾਵਾਂਗੀ। ਯਿਸੂ ਨੇ ਉਹਨੂੰ ਕਿਹਾ, ਹੇ ਮਰੀਅਮ। ਉਸ ਨੇ ਫਿਰ ਕੇ ਉਹਨੂੰ ਇਬਰਾਨੀ ਭਾਖਿਆ ਵਿੱਚ ਕਿਹਾ, ਰੋਵਾਨੀ ਅਰਥਾਤ ਹੇ ਗੁਰੂ। ਇੱਕ ਪਲ ਲਈ ਕਲਪਨਾ ਕਰੋ, ਇੱਕ ਕਮਜ਼ੋਰ ਔਰਤ ਕਹਿ ਰਹੀ ਹੈ, ਉਹ ਜਿੱਥੇ ਕਿਤੇ ਵੀ ਯਿਸੂ ਨੂੰ ਲੈ ਗਏ ਹਨ, ਮੈਂ ਉੱਥੇ ਉਸ ਨੂੰ ਲੈਣ ਲਈ ਜਾਵਾਂਗੀ ਅਤੇ ਉਸ ਨੂੰ ਵਾਪਸ ਲੈ ਕੇ ਆਵਾਂਗੀ। ਕੀ ਤੁਹਾਨੂੰ ਯਾਦ ਹੈ ਕਿ ਜਦੋਂ ਯਿਸੂ ਨੂੰ ਸੁਗੰਧਾਂ ਮਿਲੀਆਂ ਗਈਆਂ, ਮਰੀਅਮ ਉਹ ਕਰਨ ਦੀ ਉਤਸੁਕ ਸੀ ਜੋ ਨਾਮੁਮਕਿਨ ਸੀ, ਪਰ ਪਿਆਰ ਇਸੇ ਤਰ੍ਹਾਂ ਹੀ ਕਰਦਾ ਹੈ ਕਿ ਨਹੀਂ? ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੁਝ ਵੀ ਮੁਸ਼ਕਲ ਨਹੀਂ ਹੁੰਦਾ, ਕੁਝ ਵੀ ਹੱਦਾਂ ਤੋਂ ਬਾਹਰ ਨਹੀਂ ਹੁੰਦਾ। ਇਸ ਲਈ ਜੋ ਕੁਝ ਵੀ ਕਰਨਾ ਪੈਂਦਾ, ਮਰੀਅਮ ਉਸ ਚੁਣੌਤੀ ਲਈ ਤਿਆਰ ਸੀ। ਅਚਾਨਕ ਇਹ ਔਰਤ ਜਿਸ ਨੂੰ ਭੂਤ ਚੁੰਬੜੇ ਹੋਏ ਸਨ, ਹੁਣ ਦੂਤਾਂ ਨਾਲ ਆਕੜ ਕੇ ਚੱਲ ਰਹੀ ਹੈ। ਹੁਣ ਦੋਸਤੋ, ਕਹਾਣੀ ਵਿੱਚ ਅੱਗੇ ਜੋ ਹੁੰਦਾ ਹੈ ਉਸ ਨੂੰ ਸਾਰੇ ਸਾਹਿਤਾਂ ਵਿੱਚ ਸਭ ਤੋਂ ਵੱਡੀ ਪਹਿਚਾਣ ਦਾ ਦਰਸ਼ ਕਿਹਾ ਗਿਆ ਹੈ। ਮੈਂ ਇੱਕ ਵਾਰ ਫਿਰ ਇਹ ਕਹਾਂਗਾ, ਇਹ ਸਾਰੇ ਸਾਹਿਤਾਂ ਵਿੱਚੋਂ ਸਭ ਤੋਂ ਵੱਡੀ ਪਹਿਚਾਣ ਦਾ ਦਰਸ਼ ਹੈ। ਤੁਸੀਂ ਵੇਖੋ, ਸਭ ਤੋਂ ਪਹਿਲਾਂ ਮਰੀਅਮ ਸੋਚਦੀ ਹੈ ਕਿ ਯਿਸੂ ਬਾਗਬਾਨ ਹੈ। ਉਹ ਉਸ ਦੇ ਲਾਗਿਓ ਦੀ ਲੱਗ ਜਾਂਦਾ ਹੈ ਅਤੇ ਸ਼ਾਇਦ ਉਹ ਉਸ ਨੂੰ ਸਾਫ਼ ਤੌਰ ਤੇ ਨਹੀਂ ਵੇਖ ਪਾਉਂਦੀ, ਪਰ ਆਪਣੀਆਂ ਅੱਖਾਂ ਦੇ ਕੋਨਿਆਂ ਥਾਣੀ ਥੋੜ੍ਹੀ ਜਿਹੀ ਨਜ਼ਰ ਮਾਰਦੀ ਹੈ। ਉਹ ਇਸ ਸ਼ਖਸ ਨੂੰ ਵੇਖਦੀ ਹੈ ਅਤੇ ਜਦੋਂ ਯਿਸੂ ਨੇ ਉਸ ਨੂੰ ਪਹਿਲਾਂ ਪੁਕਾਰਿਆ, ਉਸ ਨੇ ਉਹਨੂੰ ਬੀਬੀ ਕਿਹਾ ਅਤੇ ਉਸ ਨੂੰ ਹਾਲੇ ਵੀ ਪਤਾ ਨਹੀਂ ਲੱਗਾ ਕਿ ਉਹ ਕੌਣ ਹੈ, ਪਰ ਫਿਰ ਵੀ ਉਹਨੇ ਉਸ ਨੂੰ ਮਰੀਅਮ ਕਹਿ ਕੇ ਪੁਕਾਰਿਆ। ਉਹ ਉਸ ਨੂੰ ਝੱਟ ਪਹਿਚਾਣ ਗਈ ਕਿ ਇਹ ਤਾਂ ਉਹੀ ਆਵਾਜ਼ ਹੈ ਜਿਸ ਨੇ ਉਸ ਨੂੰ ਭੂਤਾਂ ਤੋਂ ਛੁਟਕਾਰਾ ਦਿਵਾਇਆ ਹੈ। ਉਸ ਨੇ ਉਸੇ ਵੇਲੇ ਜਵਾਬ ਦਿੱਤਾ, ਰੋਵਾਨੀ, ਜੋ ਕਿ ਇਬਰਾਨੀ ਭਾਸ਼ਾ ਵਿੱਚ ਸਵਾਮੀ ਜਾਂ ਗੁਰੂ ਜਾਂ ਰੱਬੀ ਹੈ, ਅਤੇ ਪਹਿਚਾਣ ਪੂਰੀ ਹੋਈ। ਦੋਸਤੋ, ਕੀ ਤੁਸੀਂ ਜਾਣਦੇ ਹੋ, ਇਹ ਬਹੁਤ ਹੀ ਮਹੱਤਵਪੂਰਨ ਹੈ।
ਜਦੋਂ ਅਸੀਂ ਇਕੱਠੇ ਇਸ ਕਹਾਣੀ ਦਾ ਅਧਿਐਨ ਕਰਦੇ ਹਾਂ ਕਿ ਮਸੀਹ ਸਭ ਤੋਂ ਪਹਿਲਾਂ ਮਰੀਅਮ ਮਗਦਲੀਨੀ ਤੇ ਪ੍ਰਗਟ ਹੋਇਆ, ਨਾ ਕਿ ਕਿਸੇ ਚੇਲੇ ਤੇ, ਨਾ ਹੀ ਸਮਾਜ ਵਿੱਚ ਜਾਂ ਕਲੀਸਿਆ ਜਾਂ ਕਿਸੇ ਮਹਾਨ ਵਿਅਕਤੀ ਤੇ, ਪਰ ਇਸ ਖਾਸ ਔਰਤ ਤੇ। ਮਸੀਹ ਸਭ ਤੋਂ ਪਹਿਲਾਂ ਉਸ ਤੇ ਪ੍ਰਗਟ ਹੋਇਆ ਜਿਹੜੀ ਸਮਾਜ ਦੀ ਸਤਾਈ ਹੋਈ ਸੀ, ਇੱਕ ਅਜਿਹੀ ਔਰਤ ਜਿਹੜੀ ਵੱਡੀ ਉਦਾਸੀ ਅਤੇ ਦੁੱਖ ਅਤੇ ਨਿਰਬਲਤਾਈ ਨੂੰ ਜਾਣਦੀ ਸੀ। ਇਹ ਸਾਡੇ ਲਈ ਸੁਖਾਵੀਂ ਗੱਲ ਹੈ ਕਿ ਮਸੀਹ ਹਮੇਸ਼ਾ ਸਭ ਤੋਂ ਪਹਿਲਾਂ ਉਹਨਾਂ ਕੋਲ ਆਉਂਦਾ ਹੈ ਜਿਹੜੇ ਦਿਲ ਦੇ ਗਰੀਬ ਹਨ। ਆਪਣੇ ਪਹਾੜੀ ਉਪਦੇਸ਼ ਵਿੱਚ ਯਿਸੂ ਨੇ ਇਹੋ ਹੀ ਕਿਹਾ, ਧੰਨ ਉਹ ਜਿਹੜੇ ਦਿਲ ਦੇ ਗਰੀਬ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਮੱਤੀ 5:3 ਅਤੇ ਇਹ ਸਚਾਈ ਕਦੇ ਨਹੀਂ ਬਦਲੇਗੀ। ਨੰਬਰ 5, ਸਭ ਤੋਂ ਪਹਿਲਾਂ ਜੀ ਉੱਠਣ ਦਾ ਪ੍ਰਚਾਰ ਉਸ ਨੇ ਕੀਤਾ। ਖੈਰ, ਕਬਰ ਤੇ ਸਭ ਤੋਂ ਪਹਿਲਾਂ ਉਹ ਪਹੁੰਚੀ। ਖਾਲੀ ਕਬਰ ਸਭ ਤੋਂ ਪਹਿਲਾਂ ਉਸਨੇ ਵੇਖੀ। ਖਾਲੀ ਕਬਰ ਦਾ ਐਲਾਨ ਸਭ ਤੋਂ ਪਹਿਲਾਂ ਉਸਨੇ ਕੀਤਾ। ਜੀ ਉੱਠੇ ਯਿਸੂ ਨੂੰ ਸਭ ਤੋਂ ਪਹਿਲਾਂ ਉਸਨੇ ਵੇਖਿਆ ਅਤੇ ਜੀ ਉੱਠਣ ਦਾ ਪ੍ਰਚਾਰ ਸਭ ਤੋਂ ਪਹਿਲਾਂ ਉਸਨੇ ਕੀਤਾ। ਪੁਰਤਾਨ ਕਲੀਸਿਆ ਦੇ ਇੱਕ ਪਿਤਾਮਹ ਨੇ ਮਰੀਅਮ ਮਗਦਲੀਨੀ ਨੂੰ ਰਸੂਲਾਂ ਦੀ ਰਸੂਲ ਕਿਹਾ ਹੈ। ਬੇਸ਼ੱਕ ਬਾਈਬਲ ਵਿੱਚ ਕੋਈ ਇਸਤਰੀ ਰਸੂਲ ਨਹੀਂ ਹੈ, ਪਰ ਇਸ ਪਿਤਾਮਹ ਨੇ ਠੀਕ ਕਿਹਾ ਹੈ। ਰਸੂਲ ਦਾ ਅਰਥ ਹੈ ਭੇਜਿਆ ਹੋਇਆ। ਇਹ ਸ਼ਬਦ ਦਾ ਇਹੋ ਹੀ ਅਰਥ ਹੈ, ਭੇਜਿਆ ਹੋਇਆ। ਅਤੇ ਮਰੀਅਮ ਨੂੰ ਰਸੂਲਾਂ ਨੂੰ ਯਿਸੂ ਦੇ ਜੀ ਉੱਠਣ ਦੀ ਖਬਰ ਦੇਣ ਲਈ ਭੇਜਿਆ ਗਿਆ ਅਤੇ ਇਸ ਲਈ ਉਹ ਰਸੂਲਾਂ ਦੀ ਰਸੂਲ ਸੀ। ਨਿਚੋੜ। ਹੁਣ ਜਦੋਂ ਅਸੀਂ ਮਰੀਅਮ ਮਗਦਲੀਨੀ ਦੀ ਕਹਾਣੀ ਤੇ ਮੁੜ ਨਜ਼ਰ ਮਾਰਦੇ ਹਾਂ, ਅਸੀਂ ਸ਼ੁਰੂ ਤੋਂ ਲੈ ਕੇ ਜਿੱਥੇ ਅਸੀਂ ਸਮਾਪਤ ਕਰਦੇ ਹਾਂ ਬਹੁਤ ਦੂਰ ਆ ਚੁੱਕੇ ਹਾਂ। ਇੱਕ ਔਰਤ ਜਿਹੜੀ ਭੂਤਾਂ ਨਾਲ ਜਕੜੀ ਹੋਈ ਸੀ, ਯਿਸੂ ਦੁਆਰਾ ਆਜ਼ਾਦ ਕੀਤੀ ਗਈ ਸੀ। ਅਤੇ ਅੱਜ ਹਰੇਕ ਦੇ ਸਾਹਮਣੇ ਸਵਾਲ ਇਹ ਹੈ ਕਿ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਜਾਂ ਸਾਡੇ ਲਈ ਇਸ ਕਹਾਣੀ ਵਿੱਚ ਕੀ ਹੈ। ਪਰਮੇਸ਼ਰ ਕੀ ਚਾਹੁੰਦਾ ਹੈ ਕਿ ਅਸੀਂ ਇਸ ਕਹਾਣੀ ਤੋਂ ਕੀ ਸਬਕ ਲਈਏ। ਮਰੀਅਮ ਮਗਦਲੀਨੀ ਦੀ ਨਵੀਂ ਪ੍ਰਸ਼ੰਸਾ ਤੋਂ ਇਲਾਵਾ ਅਤੇ ਉਹ ਕੌਣ ਸੀ ਅਤੇ ਸਾਡੇ ਸੱਭਿਆਚਾਰ ਵਿੱਚ ਕਿੰਨੀ ਬਦਨਾਮ ਸੀ। ਭਾਗ ਊੜਾ। ਉਹ ਸਾਨੂੰ ਉਹ ਵਿਖਾਉਂਦੀ ਸੀ ਜੋ ਮਸੀਹ ਸਾਡੇ ਲਈ ਕਰ ਸਕਦਾ ਹੈ। ਮੈਂ ਸੋਚਦਾ ਹਾਂ ਸਭ ਤੋਂ ਪਹਿਲੀ ਗੱਲ ਜੋ ਸਾਨੂੰ ਸਿੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਮਰੀਅਮ ਮਗਦਲੀਨੀ ਸਾਨੂੰ ਉਸ ਦਿਖਾਉਂਦੀ ਹੈ ਜੋ ਮਸੀਹ ਸਾਡੇ ਲਈ ਕਰ ਸਕਦਾ ਹੈ। ਉਹ ਇੱਕ ਇਨਸਾਨ ਲਈ ਜੋ ਕਰ ਸਕਦਾ ਹੈ। ਅਲੈਗਜ਼ੈਂਡਰ ਮੈਕਲੈਰਨ ਕਹਿੰਦਾ ਹੈ, ਮੇਰੇ ਲਈ ਮਰੀਅਮ ਮਗਦਲੀਨੀ ਦੇ ਪੂਰੇ ਅਦਭੁਤ ਇਤਿਹਾਸ ਵਿੱਚੋਂ ਸਰਬੋਤਮ ਸਬਕ ਮੂਲ ਪਾਠ ਹੈ। ਉਹ ਸਭ ਤੋਂ ਪਹਿਲਾਂ ਮਰੀਅਮ ਮਗਦਲੀਨੀ ਤੇ ਪ੍ਰਗਟ ਹੋਇਆ ਜਿਸ ਵਿੱਚੋਂ ਉਸਨੇ 7 ਭੂਤ ਕੱਢੇ। ਉਹ ਪਤਰਸ, ਯਕੂਬ ਅਤੇ ਯਹੂਨਾ ਤੇ ਪ੍ਰਗਟ ਨਹੀਂ ਹੋਇਆ, ਸਗੋਂ ਉਸ ਦੀ ਆਪਣੀ ਮਾਂ ਤੇ ਵੀ ਨਹੀਂ। ਉਹ ਮਰੀਅਮ ਮਗਦਲੀਨੀ ਤੇ ਪ੍ਰਗਟ ਹੋਇਆ। ਉਹ ਉਸ ਤੇ ਪ੍ਰਗਟ ਹੋਇਆ ਜਿਹੜੀ ਉਸ ਨੂੰ ਸਭ ਤੋਂ ਵੱਧ ਪਿਆਰ ਕਰਦੀ ਸੀ। ਦੁਨੀਆ ਵਿੱਚ ਜਿੰਨੇ ਵੀ ਮਰਦ ਅਤੇ ਔਰਤਾਂ ਸਨ, ਉਹਨਾਂ ਵਿੱਚੋਂ ਪ੍ਰਭੂ ਯਿਸੂ ਨੇ ਮਰੀਅਮ ਮਗਦਲੀਨੀ ਨੂੰ ਚੁਣਿਆ, ਜਿਵੇਂ ਕਿ ਉਹ ਸਾਨੂੰ ਦੱਸਣਾ ਚਾਹੁੰਦਾ ਹੋਵੇ ਕਿ ਪ੍ਰੇਮੀ ਪਰਮੇਸ਼ਰ ਦੀ ਪਹੁੰਚ ਤੋਂ ਬਾਹਰ ਕੋਈ ਵੀ ਨਹੀਂ ਹੈ। ਅਤੇ ਭਾਵੇਂ ਤੁਸੀਂ ਆਪਣੇ ਆਪ ਨੂੰ ਕਿੰਨੇ ਵੀ ਪਰਮੇਸ਼ਰ ਤੋਂ ਦੂਰ ਮਹਿਸੂਸ ਕਰੋ, ਜਦੋਂ ਪਰਮੇਸ਼ਰ ਤੁਹਾਡੇ ਦਿਲ ਅਤੇ ਜ਼ਿੰਦਗੀ ਨੂੰ ਫੜ ਲੈਂਦਾ ਹੈ, ਤੁਸੀਂ ਮੁਕਤੀਦਾਤਾ ਦੇ ਓਨੇ ਹੀ ਨਜ਼ਦੀਕ ਹੋ ਜਾਂਦੇ ਹੋ ਜਿੰਨੀ ਮਰੀਅਮ ਮਗਦਲੀਨੀ ਸੀ। ਆਪਣੀ ਜਿੱਤ ਵਿੱਚ ਯਿਸੂ ਨੂੰ ਯਰੂਸ਼ਲਮ ਦੀਆਂ ਗਲੀਆਂ ਵਿੱਚੋਂ ਘੁਮਾਇਆ ਜਾ ਸਕਦਾ ਸੀ। ਜੇ ਮੈਂ ਯਿਸੂ ਹੁੰਦਾ ਤਾਂ ਮੈਂ ਇਹ ਜ਼ਰੂਰ ਕਰਦਾ। ਮੈਂ ਪਿਲਾਤੂਸ ਦਾ ਬੂਹਾ ਖੜਕਾਉਂਦਾ, ਸ਼ਾਇਦ ਮਹਾਜਾਜਕ ਨਾਲ ਦੁਪਹਿਰ ਦਾ ਭੋਜਨ ਕਰਦਾ, ਪਰ ਸਾਡੇ ਪ੍ਰਭੂ ਨੇ ਇਹ ਸਭ ਨਹੀਂ ਕੀਤਾ। ਸਾਡਾ ਜੀ ਉੱਠਿਆ ਪ੍ਰਭੂ ਉਸ ਔਰਤ ਤੇ ਪ੍ਰਗਟ ਹੋਇਆ ਜਿਸ ਨੂੰ ਕੋਈ ਆਸ ਨਹੀਂ ਸੀ। ਅਤੇ ਮੈਂ ਚਾਹੁੰਦਾ ਹਾਂ ਤੁਸੀਂ ਇਸ ਤੇ ਗੌਰ ਕਰੋ। ਯਿਸੂ ਨੇ ਆਪਣੇ ਜੀ ਉੱਠਣ ਤੋਂ ਬਾਅਦ ਜੋ ਪਹਿਲੇ ਸ਼ਬਦ ਬੋਲੇ ਉਹ ਇਹ ਸਨ, ਤੂੰ ਕਿਉਂ ਰੋਂਦੀ ਹੈ? ਤੂੰ ਕਿਉਂ ਰੋਂਦੀ ਹੈ? ਇਹ ਸ਼ਬਦ ਉਸ ਦੇ ਮੂੰਹ ਵਿੱਚੋਂ ਕਿਵੇਂ ਨਿਕਲ ਸਕਦੇ ਸਨ, ਜਿਹੜਾ ਉਸ ਮੁਸ਼ਕਲ ਘੜੀ ਵਿੱਚੋਂ ਗੁਜ਼ਰਿਆ ਸੀ, ਜਿਸ ਵਿੱਚੋਂ ਸਾਡਾ ਮੁਕਤੀਦਾਤਾ ਗੁਜ਼ਰਿਆ ਹੈ। ਇਸ ਤਰ੍ਹਾਂ ਦਾ ਦਿਲ ਸਿਰਫ ਸਾਡੇ ਯਿਸੂ ਦਾ ਹੀ ਹੋ ਸਕਦਾ ਹੈ। ਉਸ ਨੇ ਇਸ ਔਰਤ ਨੂੰ ਵੇਖਿਆ ਜਿਸ ਦੀ ਉਸ ਨੇ ਮਦਦ ਕੀਤੀ ਸੀ ਅਤੇ ਜਿਸ ਨੂੰ ਉਹ ਪਿਆਰ ਕਰਦਾ ਸੀ, ਅਤੇ ਉਸ ਨੇ ਉਸ ਔਰਤ ਨੂੰ ਦੁੱਖ ਵਿੱਚ ਵੇਖਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਹੋਰ ਕੁਝ ਕਹਿ ਸਕਦਾ, ਮੁਕਤੀਦਾਤਾ ਦੇ ਮੂੰਹ ਵਿੱਚੋਂ ਰਹਿਮ ਦੇ ਇਹ ਸ਼ਬਦ ਨਿਕਲੇ, ਬੀਬੀ ਤੂੰ ਕਿਉਂ ਰੋਂਦੀ ਹੈ? ਜਿਵੇਂ ਕਿ ਯਿਸੂ ਸਾਨੂੰ ਇਹ ਚੇਤੇ ਕਰਾਉਣਾ ਚਾਹੁੰਦਾ ਸੀ ਕਿ ਸਾਡੀਆਂ ਸਾਰਿਆਂ ਦੀਆਂ ਅਜ਼ਮਾਇਸ਼ਾਂ ਵਿੱਚ, ਸਾਡੇ ਸਾਰੇ ਘੰਟਿਆਂ ਵਿੱਚ, ਸਾਡੀ ਮੌਤ ਵਿੱਚ, ਸਾਡੀ ਬਿਮਾਰੀ ਵਿੱਚ ਪ੍ਰਭੂ ਸਾਡੀ ਫਿਕਰ ਕਰਦਾ ਹੈ।
ਉਹ ਅੱਜ ਤੁਹਾਡੇ ਵਿੱਚੋਂ ਕਈਆਂ ਕੋਲ ਆ ਕੇ ਇਹ ਕਹਿ ਰਿਹਾ ਹੈ, ਤੂੰ ਕਿਉਂ ਰੋਂਦਾ ਜਾਂ ਤੂੰ ਕਿਉਂ ਰੋਂਦੀ ਹੈ? ਕਿਉਂਕਿ ਪ੍ਰਭੂ ਜੀ ਉੱਠਿਆ ਹੈ ਅਤੇ ਤੁਸੀਂ ਆਸ ਤੋਂ ਬਗੈਰ ਨਹੀਂ ਹੋ। ਉਹ ਜਿੰਦਾ ਹੈ ਅਤੇ ਤੁਹਾਡੀ ਆਸ ਫਿਰ ਜਾਗ ਸਕਦੀ ਹੈ। ਤੁਸੀਂ ਕਿਉਂ ਰੋ ਰਹੇ ਹੋ? ਕੀ ਅੱਜ ਉਹ ਤੁਹਾਨੂੰ ਇਹ ਕਹਿ ਰਿਹਾ ਹੈ? ਤੁਸੀਂ ਪਿਛਲੇ ਕਈ ਦਿਨਾਂ ਤੋਂ ਬੋਝ ਨੂੰ ਇਕੱਠਾ ਕੀਤਾ ਹੋਇਆ ਹੈ। ਸ਼ਾਇਦ ਇਸ ਹਫ਼ਤੇ ਕੁਝ ਉਹ ਗੱਲਾਂ ਬਰਪੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਉਮੀਦ ਨਹੀਂ ਸੀ ਅਤੇ ਤੁਸੀਂ ਪ੍ਰਭੂ ਯਿਸੂ ਨੂੰ ਤੁਹਾਨੂੰ ਇਹ ਕਹਿੰਦਿਆਂ ਸੁਣਦੇ ਹੋ, ਤੂੰ ਕਿਉਂ ਰੋਂਦਾ ਜਾਂ ਰੋਂਦੀ ਹੈ? ਤੂੰ ਕਿਉਂ ਰੋਂਦਾ ਜਾਂ ਰੋਂਦੀ ਹੈ? ਕਿਉਂਕਿ ਮੈਂ ਇੱਥੇ ਹਾਂ। ਤੂੰ ਕਿਉਂ ਰੋਂਦਾ ਜਾਂ ਰੋਂਦੀ ਹੈ? ਕਿਉਂਕਿ ਮੈਂ ਜਿੰਦਾ ਹਾਂ। ਤੂੰ ਕਿਉਂ ਰੋਂਦਾ ਜਾਂ ਰੋਂਦੀ ਹੈ? ਤੇਰੇ ਲਈ ਆਸ ਹੈ। ਰੋਣਾ ਬੰਦ ਕਰ ਅਤੇ ਵਿਸ਼ਵਾਸ ਕਰਨਾ ਸ਼ੁਰੂ ਕਰ। ਭਾਗ ਐੜਾ ਉਹ ਸਾਨੂੰ ਉਹ ਵਿਖਾਉਂਦੀ ਜੋ ਅਸੀਂ ਮਸੀਹ ਲਈ ਕਰ ਸਕਦੇ ਹਾਂ। ਮਰੀਅਮ ਸਾਨੂੰ ਉਹ ਵਿਖਾਉਂਦੀ ਜੋ ਅਸੀਂ ਮਸੀਹ ਸਾਡੇ ਲਈ ਕਰ ਸਕਦੇ ਹਾਂ। ਪਰ ਅਖੀਰ ਵਿੱਚ ਉਹ ਸਾਨੂੰ ਉਹ ਵਿਖਾਉਂਦੀ ਜੋ ਅਸੀਂ ਮਸੀਹ ਲਈ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਮਰੀਅਮ ਸ਼ਾਇਦ ਇੱਕ ਅਮੀਰ ਪਰਿਵਾਰ ਵਿੱਚੋਂ ਸੀ ਅਤੇ ਉਹ ਸੁਸਨਾ ਅਤੇ ਦੂਜੀਆਂ ਔਰਤਾਂ ਨਾਲ ਸ਼ਾਮਲ ਸੀ ਅਤੇ ਲੂਕਾ 8 ਅਧਿਆਇ ਵਿੱਚ ਬਾਈਬਲ ਕਹਿੰਦੀ ਹੈ, ਉਹਨਾਂ ਨੇ ਆਪਣੇ ਮਾਂ ਨਾਲ ਯਸੂ ਦੀ ਟਹਿਲ ਸੇਵਾ ਕੀਤੀ ਅਤੇ ਯਸੂ ਦੀ ਸੇਵਕਾਈ ਵਿੱਚ ਮਦਦ ਕੀਤੀ। ਤੁਸੀਂ ਵੇਖੋ, ਚੇਲਿਆਂ ਕੋਲ ਆਰਥਿਕ ਮਦਦ ਦਾ ਕੋਈ ਵਸੀਲਾ ਨਹੀਂ ਸੀ। ਕਲੀਸਿਆ ਕੋਲ ਕੋਈ ਖਜ਼ਾਨਾ ਨਹੀਂ ਸੀ। ਉਹਨਾਂ ਨੂੰ ਕੋਈ ਤਨਖਾਹ ਨਹੀਂ ਸੀ ਮਿਲਦੀ। ਉਹ ਵਿਸ਼ਵਾਸ ਦੇ ਆਧਾਰ ਤੇ ਸੇਵਾ ਕਰਦੇ ਫਿਰਦੇ ਸਨ। ਇਹਨਾਂ ਔਰਤਾਂ ਨੇ ਪ੍ਰਭੂ ਯਿਸੂ ਦੀ ਸੇਵਕਾਈ ਵਿੱਚ ਆਰਥਿਕ ਮਦਦ ਦਿੱਤੀ। ਇਸ ਗੱਲ ਤੇ ਗੌਰ ਕਰਨਾ ਦਿਲਚਸਪ ਹੈ ਕਿ ਜਦ ਕਦੀ ਵੀ ਇਹਨਾਂ ਔਰਤਾਂ ਦਾ ਜ਼ਿਕਰ ਹੋਇਆ ਹੈ, ਸੂਚੀ ਵਿੱਚ ਮਰੀਅਮ ਮਗਦਲੀਨੀ ਦਾ ਨਾਮ ਸਭ ਤੋਂ ਪਹਿਲਾਂ ਆਇਆ ਹੈ, ਜਿਵੇਂ ਕਿ ਉਹ ਇਹਨਾਂ ਔਰਤਾਂ ਦੀ ਆਗੂ ਹੋਵੇ। ਉਹਨਾਂ ਨੇ ਨਾ ਸਿਰਫ ਆਰਥਿਕ ਮਦਦ ਦੇ ਕੇ ਟਹਿਲ ਸੇਵਾ ਕੀਤੀ, ਪਰ ਪਵਿੱਤਰ ਵਚਨ ਸਾਨੂੰ ਦੱਸਦਾ ਹੈ ਕਿ ਮਰੀਅਮ ਜੀ ਉੱਠੇ ਮਸੀਹ ਦੀ ਗਵਾਹੀ ਦੀ ਆਵਾਜ਼ ਬਣੀ ਅਤੇ ਮੈਨੂੰ ਯਕੀਨ ਹੈ ਕਿ ਉਸ ਨੇ ਆਪਣੀ ਬਦਲੀ ਹੋਈ ਜ਼ਿੰਦਗੀ ਦੀ ਵੀ ਬਹੁਤ ਵਾਰ ਗਵਾਹੀ ਦਿੱਤੀ ਹੋਵੇਗੀ। ਤੁਸੀਂ ਅਜਿਹਾ ਕੁਝ ਵੀ ਨਹੀਂ ਕੀਤਾ ਹੈ ਜਾਂ ਅਜਿਹੀ ਕਿਸੇ ਵੀ ਥਾਂ ਤੇ ਨਹੀਂ ਗਏ ਹੋ ਜਾਂ ਅਜਿਹਾ ਕੋਈ ਵੀ ਪਾਪ ਨਹੀਂ ਕੀਤਾ ਹੈ ਜੋ ਤੁਹਾਨੂੰ ਪਰਮੇਸ਼ਰ ਦੀ ਪਹੁੰਚ ਤੋਂ ਦੂਰ ਰੱਖੇ। ਕਿਰਪਾ ਕਰਕੇ ਮੈਨੂੰ ਸੁਣੋ। ਮਰੀਅਮ ਮਗਦਲੀਨੀ ਸਾਨੂੰ ਉਹ ਸਿਖਾਉਂਦੀ ਹੈ ਜੋ ਪਰਮੇਸ਼ਰ ਇੱਕ ਵਿਅਕਤੀ ਲਈ ਕਰ ਸਕਦਾ ਹੈ। ਮੈਂ ਸੋਚਦਾ ਹਾਂ ਕਿ ਇਹ ਚਾਰਲਸ ਸਪਰਜਨ ਸੀ ਜਿਸ ਨੇ ਮਰੀਅਮ ਮਗਦਲੀਨੀ ਦੀ ਮਾਫੀ ਦਾ ਨਿਰੀਖਣ ਕੀਤਾ। ਉਸ ਨੇ ਕਿਹਾ, ਬਾਈਬਲ ਵਿੱਚ ਸਭ ਤੋਂ ਮਿੱਠੇ ਵਾਅਦੇ ਉਹਨਾਂ ਲਈ ਹਨ ਜਿਹੜੇ ਇਹਨਾਂ ਦੇ ਲਾਇਕ ਨਹੀਂ ਹਨ। ਮੈਂ ਉਹਨਾਂ ਲੋਕਾਂ ਕੋਲ ਭੱਜ ਜਾਂਦਾ ਹਾਂ ਜਿਹੜੇ ਮੈਨੂੰ ਕਹਿੰਦੇ ਹਨ, ਤੂੰ ਜਾਣਦਾ ਹੈ, ਮੈਂ ਸੋਚਦਾ ਹਾਂ ਮੈਂ ਇੱਕ ਮਸੀਹੀ ਬਣ ਸਕਦਾ ਹਾਂ। ਜੇ ਮੈਂ ਉਹ ਨਾ ਕੀਤਾ ਹੁੰਦਾ ਅਤੇ ਫਿਰ ਉਹ ਉਹਨਾਂ ਦੀ ਜ਼ਿੰਦਗੀ ਬਾਰੇ ਕਈ ਗੱਲਾਂ ਦੀ ਸੂਚੀ ਗਿਣਾ ਦਿੰਦਾ ਹਾਂ। ਮੇਰੇ ਦੋਸਤੋ, ਜੇ ਯਿਸੂ ਮਰੀਅਮ ਮਗਦਲੀਨੀ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਵੀ ਬਦਲ ਸਕਦਾ ਹੈ। ਸ਼ਾਇਦ ਤੁਹਾਡੇ ਅੰਦਰ ਇੱਕ ਹੀ ਭੂਤ ਹੋਵੇ। ਉਸ ਦੇ ਅੰਦਰ 7 ਭੂਤ ਸਨ। ਤੁਸੀਂ ਕਹੋਗੇ ਕਿ ਭੂਤ ਅੱਜ ਵੀ ਮੌਜੂਦ ਹਨ। ਉਹ ਮੈਨੂੰ ਇਸ ਤੇ ਬਿਲਕੁਲ ਵੀ ਸ਼ੱਕ ਨਹੀਂ ਹੈ ਅਤੇ ਮੈਂ ਇਸ ਨੂੰ ਹਲਕਾ ਨਹੀਂ ਸਮਝਦਾ ਜਦੋਂ ਮੈਂ ਇਹ ਕਹਿੰਦਾ ਹਾਂ। ਪਰ ਅੱਜ ਸਾਡੇ ਸੱਭਿਆਚਾਰ ਵਿੱਚ ਸ਼ਰਾਬ ਅਤੇ ਨਸ਼ਿਆਂ ਦੀ ਆਦਤ ਅਤੇ ਗੰਦੀਆਂ ਫਿਲਮਾਂ ਜਾਂ ਤਸਵੀਰਾਂ ਵੇਖਣ ਦੀ ਆਦਤ ਅਤੇ ਜੂਆ ਖੇਡਣ ਦੀ ਆਦਤ ਦੇ ਭੂਤ ਹਨ। ਅੱਜ ਸਾਡੇ ਸੱਭਿਆਚਾਰ ਵਿੱਚ ਹਰ ਤਰ੍ਹਾਂ ਦੀਆਂ ਬੁਰਾਈਆਂ ਆਦਤਾਂ ਅਤੇ ਹਰ ਤਰ੍ਹਾਂ ਦੇ ਪ੍ਰੋਗਰਾਮ ਹਨ ਜੋ ਲੋਕਾਂ ਨੂੰ ਇਹਨਾਂ ਬੁਰੀਆਂ ਆਦਤਾਂ ਤੋਂ ਛੁਟਕਾਰਾ ਦੇਣ ਲਈ ਸਥਾਪਿਤ ਕੀਤੇ ਗਏ ਹਨ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਦਦਗਾਰ ਵੀ ਹਨ। ਪਰ ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਦਾ ਨਾਮ ਲਿਖ ਲਵੋ ਅਤੇ ਸਗੋਂ ਮੈਂ ਤੁਹਾਨੂੰ ਉਸ ਦਾ ਫੋਨ ਨੰਬਰ ਵੀ ਦੇਵਾਂਗਾ। ਉਸ ਦਾ ਨਾਮ ਯਿਸੂ ਮਸੀਹ ਹੈ ਅਤੇ ਤੁਸੀਂ ਸਿਰਫ ਇੰਨਾ ਕਰਨਾ ਹੈ ਕਿ ਦੁਆ ਕਰਨੀ ਹੈ ਅਤੇ ਜੇ ਉਹ ਮਰੀਅਮ ਮਗਦਲੀਨੀ ਲਈ ਇਹ ਕਰ ਸਕਦਾ ਹੈ ਤਾਂ ਉਹ ਤੁਹਾਡੇ ਲਈ ਵੀ ਇਹ ਕਰ ਸਕਦਾ ਹੈ। ਇਸ ਕਹਾਣੀ ਵਿੱਚ ਇਹ ਇੱਕ ਆਸ ਹੈ। ਜੇ ਤੁਹਾਡਾ ਦਿਲ ਇੰਨਾ ਟੁੱਟ ਚੁੱਕਾ ਹੈ, ਤੁਹਾਡੀ ਆਸ ਟੁੱਟ ਚੁੱਕੀ ਹੈ ਜਿਵੇਂ ਮਰੀਅਮ ਮਗਦਲੀਨੀ ਦੀ ਆਸ ਟੁੱਟ ਚੁੱਕੀ ਸੀ ਅਤੇ ਤੁਸੀਂ ਸਭ ਕੁਝ ਅਜਮਾ ਲਿਆ ਹੈ ਅਤੇ ਕਿਤੋਂ ਕੋਈ ਕੰਮ ਨਹੀਂ ਬਣ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਯਿਸੂ ਨੂੰ ਅਜਮਾਓ। ਜਦੋਂ ਤੁਸੀਂ ਯਿਸੂ ਨੂੰ ਅਜਮਾਉਂਦੇ ਹੋ, ਤੁਹਾਨੂੰ ਫਿਰ ਹੋਰ ਕੁਝ ਵੀ ਅਜਮਾਉਣ ਦੀ ਲੋੜ ਨਹੀਂ ਪਏਗੀ ਕਿਉਂਕਿ ਉਹ ਕਦੀ ਵੀ ਨਿਰਾਸ਼ ਨਹੀਂ ਕਰਦਾ। ਉਸ ਨੇ ਤੁਹਾਨੂੰ ਸੁਣਨ ਦਾ ਵਾਅਦਾ ਕੀਤਾ ਹੈ ਅਤੇ ਉਹ ਹਮੇਸ਼ਾ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ
ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਮਰੀਅਮ ਮਗਦਲੀਨੀ ਦੇ ਜੀਵਨ ਬਾਰੇ ਵੇਖ ਰਹੇ ਸੀ। ਅਸੀਂ ਜਾਣਿਆ ਕਿ ਮਰੀਅਮ ਮਗਦਲੀਨੀ ਨੂੰ ਪ੍ਰਭੂ ਯਿਸੂ ਜੀ ਨੇ 7 ਭੂਤਾਂ ਤੋਂ ਛਡਾਇਆ ਸੀ। ਉਸ ਦੀ ਇਕਲੌਤੀ ਆਸ ਪ੍ਰਭੂ ਯਿਸੂ ਜੀ ਸੀ। ਯਿਸੂ ਜੀ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਉਦੋਂ ਹੀ ਉਹ ਯਿਸੂ ਜੀ ਦੇ ਪਿੱਛੇ ਚੱਲਣ ਲੱਗ ਪਈ। ਮਰੀਅਮ ਮਗਦਲੀਨੀ ਨੇ ਯਿਸੂ ਜੀ ਦੀ ਸਲੀਬੀ ਮੌਤ ਦੇ ਦੁੱਖ ਨੂੰ ਵੇਖਿਆ। ਉਹ ਇਕੱਲੀ ਇਸਤਰੀ ਸੀ ਜੋ ਪ੍ਰਭੂ ਯਿਸੂ ਜੀ ਦੀ ਲਈ ਗਵਾਹ ਬਣੀ, ਕਿਉਂਕਿ ਉਹਨੇ ਯਿਸੂ ਜੀ ਦਾ ਮੁਕੱਦਮਾ ਵੇਖਿਆ ਸੀ। ਉਹਨੇ ਯਿਸੂ ਜੀ ਦੇ ਸਲੀਬ ਦੇ ਉੱਤੇ ਮੌਤ ਨੂੰ ਵੇਖਿਆ ਸੀ। ਉਹਨੇ ਪ੍ਰਭੂ ਯਿਸੂ ਜੀ ਨੂੰ ਕਬਰ ਦੇ ਵਿੱਚ ਦਫਨਾਏ ਜਾਣ ਅਤੇ ਉਹਨਾਂ ਦੇ ਜੀ ਉੱਠਣ ਨੂੰ ਵੇਖਿਆ ਸੀ। ਇਹ ਮਰੀਅਮ ਹੀ ਸੀ ਜਿਨੇ ਸਭ ਤੋਂ ਪਹਿਲਾਂ ਚੇਲਿਆਂ ਨੂੰ ਇਹ ਖੁਸ਼ਖਬਰੀ ਸੁਣਾਈ ਕਿ ਪ੍ਰਭੂ ਯਿਸੂ ਜੀ ਮੁਰਦਿਆਂ ਦੇ ਵਿੱਚੋਂ ਫਿਰ ਤੋਂ ਜੀ ਉੱਠੇ ਹਨ। ਸੋ ਪ੍ਰਭੂ ਯਿਸੂ ਜੀ ਦੇ ਆਖਰੀ ਦਿਨਾਂ ਦੀ ਇੱਕ ਚਸ਼ਮਦੀਦ ਗਵਾਹ ਸੀ, ਜਿਨੇ ਸਾਰੀ ਘਟਨਾਵਾਂ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਸੀ। ਅਖੀਰ ਦੇ ਵਿੱਚ ਅਸੀਂ ਉਹਦੀ ਕਹਾਣੀ ਦੇ ਨਿਚੋੜ ਦੇ ਉੱਤੇ ਗੌਰ ਕੀਤਾ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਮਰੀਅਮ ਮਗਦਲੀਨੀ ਦੀ ਜ਼ਿੰਦਗੀ ਤੋਂ ਕੀ ਸਿੱਖਿਆ ਮਿਲਦੀ ਹੈ। ਅਸੀਂ ਸਿੱਖਿਆ ਕਿ ਉਹਦੀ ਕਹਾਣੀ ਸਾਨੂੰ ਉਹ ਵਿਖਾਉਂਦੀ ਹੈ ਜੋ ਮਸੀਹ ਸਾਡੇ ਲਈ ਕਰ ਸਕਦੇ ਹਨ, ਅਤੇ ਅਸੀਂ ਇਹ ਵੀ ਜਾਣਿਆ ਕਿ ਉਹਦੀ ਕਹਾਣੀ ਸਾਨੂੰ ਉਹ ਸਿਖਾਉਂਦੀ ਹੈ ਜੋ ਅਸੀਂ ਮਸੀਹ ਦੇ ਲਈ ਕਰ ਸਕਦੇ ਹਾਂ। ਦੋਸਤੋ, ਮਰੀਅਮ ਪ੍ਰਭੂ ਯਿਸੂ ਜੀ ਦੇ ਪ੍ਰੇਮ ਅਤੇ ਆਭਾਰ ਨਾਲ ਭਰੀ ਹੋਈ ਸੀ, ਜਿਸ ਨੇ ਸਾਨੂੰ ਪ੍ਰਭੂ ਯਿਸੂ ਜੀ ਦੀ ਸੇਵਾ ਕਰਨ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਦਾ ਤੁਹਾਡਾ ਅਨੁਭਵ ਕੀ ਹੈ? ਤੁਸੀਂ ਕਿਸ ਤਰ੍ਹਾਂ ਦਰਸਾਉਂਦੇ ਹੋ ਕਿ ਤੁਸੀਂ ਪ੍ਰਭੂ ਯਿਸੂ ਜੀ ਨੂੰ ਪਿਆਰ ਕਰਦੇ ਹੋ? ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਮਰੀਅਮ ਮਗਦਲੀਨੀ ਦੇ ਜੀਵਨ ਨੂੰ ਦੇਖਿਆ, ਉਹਦੇ ਚਰਿੱਤਰ ਨੂੰ ਦੇਖਿਆ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ। ਮਰੀਅਮ ਮਗਦਲੀਨੀ ਪ੍ਰਭੂ ਜੀ ਇੰਨੀ ਜ਼ਿਆਦਾ ਤੁਹਾਡੀ ਅਹਿਸਾਨਮੰਦ ਹੋ ਗਈ ਔਰ ਇੰਨੀ ਜ਼ਿਆਦਾ ਤੁਹਾਡੇ ਪ੍ਰੇਮ 'ਚ ਡੁੱਬ ਗਈ ਕਿ ਪਿਤਾ ਉਹਨੇ ਆਪਣਾ ਸਾਰਾ ਕੁਝ ਤਿਆਗ ਕੇ ਤੁਹਾਡੇ ਪਿੱਛੇ ਚੱਲਣ ਦਾ ਫੈਸਲਾ ਕੀਤਾ ਔਰ ਹਮੇਸ਼ਾ ਤੁਹਾਡੇ ਪਿੱਛੇ ਚੱਲਦੀ ਰਹੀ। ਉਹਨੇ ਪ੍ਰਭੂ ਜੀ ਤੁਹਾਡੇ ਹਰ ਇੱਕ ਦੁੱਖ ਨੂੰ ਦੇਖਿਆ ਜੋ ਤੁਸੀਂ ਸਲੀਬ ਦੇ ਉੱਤੇ ਚੱਲਿਆ ਸੀ। ਪ੍ਰਭੂ ਜੀ, ਉਹਨਾਂ ਨੇ ਤੁਹਾਨੂੰ ਜਿੰਦੇ ਹੋਏ ਦੇਖਿਆ, ਉਹਨੇ ਤੁਹਾਨੂੰ ਸਵਰਗ ਜਾਂਦੇ ਹੋਏ ਦੇਖਿਆ। ਪ੍ਰਭੂ, ਇਸ ਮਹਾਨ ਹਸਤੀ ਦੇ ਲਈ ਅਸੀਂ ਤੁਹਾਡਾ ਧੰਨਵਾਦ ਦਿੱਤੇ ਹਾਂ, ਜਿਸ ਦੇ ਉੱਤੇ ਤੁਸੀਂ ਪ੍ਰਭੂ ਜੀ ਆਪਣੀ ਖਾਸ ਕਿਰਪਾ ਕੀਤਾ ਸੀ। ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਉਸ ਦੀ ਗਵਾਹੀ, ਉਸ ਦੀ ਪ੍ਰਭੂ ਜੀ ਜ਼ਿੰਦਗੀ, ਉਸ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਪ੍ਰਭੂ ਜੀ ਸਾਨੂੰ ਵੀ ਤੁਹਾਡੇ ਲਈ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ ਹੈ। ਪ੍ਰਭੂ ਜੀ, ਤੁਹਾਡਾ ਵਚਨ ਦੱਸਦਾ ਕਿ ਤੁਸੀਂ ਪਿਤਾ ਪਰਮੇਸ਼ਰ ਜਦ ਉਸ ਤੇ ਕਿਰਪਾ ਕੀਤੀ ਤਾਂ ਉਹਨੇ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਸੌਂਪ ਦਿੱਤੀ। ਅੱਜ ਤੁਸੀਂ ਪਿਤਾ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਕੀਤੀ ਹੈ। ਪ੍ਰਭੂ ਜੀ, ਅਸੀਂ ਵੀ ਪ੍ਰਾਰਥਨਾ ਕਰਦੇ ਹਾਂ, ਸਾਡੇ ਅੰਦਰ ਉਹ ਹੌਸਲਾ ਪੈਦਾ ਕਰੋ ਕਿ ਅਸੀਂ ਮਰੀਅਮ ਮਗਦਲੀਨੀ ਵਾਂਗੂ ਸੱਚੇ ਦਿਲ ਨਾਲ ਤੁਹਾਡੀ ਸੇਵਾ ਕਰ ਸਕੀਏ, ਤੁਹਾਡੇ ਪਿੱਛੇ ਚੱਲ ਸਕੀਏ। ਪਿਤਾ ਪਿਆਰੇ ਪਿਤਾ ਪਰਮੇਸ਼ਰ, ਇਸ ਅੱਛੇ ਵਚਨ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਨੂੰ ਧੰਨਵਾਦ ਦਿੰਦੇ ਹਾਂ ਔਰ ਇਹ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਂ 'ਚ ਮੰਗ ਲੈਂਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।